सत श्री अकाल। विजन पंजाब टीवी देख रहे तमाम दर्शकों का स्वागत है। तुसीं देख रहे हो स्टोरी ऑफ द डे विजन स्पैशल ते मैं हाँ तुहाडे नाल रवि संगराहुर। अज असीं एक बार फिर तो गल करनी है सुखदेव सिंह ढींडसा वल्लों गठित की गई पार्टी की। ढींडसा ने कहा कि उन्हां दी पार्टी का मुढ़ला काम श्रोमणी गुरुद्वारा प्रबंधक कमेटी नूं बादल परिवार के कब्जे चों मुक्त करवाउणा है। असीं अज नज़रसानी करांगे कि अजिहे दावे ते वादे करन वाले ढींडसा इस नूं हकीकत च किवें बदलणगे। श्रोमणी अकाली दल तो तोड़ विछोड़ा करने वाले सुखदेव सिंह ढींडसा ने हाल ही विच नवीं पार्टी का गठन कर दिता है। उन्होंने दे शब्द सी कि अज पंथ ने सुखबीर सिंह बादल नूं अपना आगू मनण तो इनकार कर दिता है ते उन्हां नूं प्रधान नियुक्त किया है। नाल ही कहा कि उन्हां दा पहला मकसद है कि श्रोमणी कमेटी नूं बादल परिवार तो मुक्त करवाउणा है। ढींडसा दे इस बयान नूं बूर पवेगा ਜਾਂ नहीं, इस संबंधी असीं श्रोमणी गुरुद्वारा प्रबंधक कमेटी के साबका मैंबर जथेदार अमरिंदर सिंह नाल गलबात की। उन्होंने कहा कि सुखदेव सिंह ढींडसा पुराने आगू होने कारण उन्हां नूं पंथ अपना आगू मन रहा है। उन्होंने कहा कि केंद्र की दखल अंदाजी मगरों श्रोमणी कमेटी दीयां चोणां संभव हो सकदियां ने। ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਇਹ ਸੰਭਵ ਹੈ, ਦੇਖੋ ਸੰਭਵ ਤਾਂ ਸਭ ਕੁਝ ਹੋ ਸਕਦਾ ਹੈ, ਪਰ ਗੱਲ ਹੁੰਦੀ ਹੈ ਕਿ ਵਿਲ ਕਿੰਨੀ ਹੈ ਉਸ ਨੂੰ ਸੰਭਵ ਨੂੰ ਅਮਲੀ ਜਾਮਾ ਪਹੁੰਚਾਉਣ ਲਈ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਬਈ ਬਾਦਲਾਂ ਤੋਂ ਮੁਕਤ ਕਰਾਉਣ ਦੀ ਗੱਲ ਐਸਜੀਪੀਸੀ ਨੂੰ ਜਾਂ ਪੰਥਕ ਰਾਜਨੀਤੀ ਨੂੰ ਜਿਹੜੀ ਚੱਲ ਰਹੀ ਹੈ ਉਹ ਕੋਈ ਨਵੀਂ ਨਹੀਂ ਚੱਲ ਰਹੀ, ਉਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਉਹਦੇ ਲਈ ਕਈ ਉਪਰਾਲੇ ਕੀਤੇ ਵੀ ਗਏ, ਲੇਕਿਨ ਅਜੇ ਤੱਕ ਕਾਮਯਾਬੀ ਨਹੀਂ ਮਿਲੀ ਹੈ। ਲੇਕਿਨ ਆ ਜਿਹੜਾ ਹੁਣ ਇੱਕ ਸਟੈਪ ਸੁਖਦੇਵ ਸਿੰਘ ਢੀਂਡਸਾ ਨੇ ਚੱਕਿਆ ਇਹਦੇ ਬਾਰੇ ਅਜੇ ਮਤਲਬ ਅਸੀਂ ਡਿਸਕਸ ਕਰ ਰਹੇ ਹਾਂ ਕਿ ਵੀ ਇਹ ਕਿੰਨਾ ਕੁ ਕਾਰਗਰ ਹੋਏਗਾ। ਉਹਦੇ ਲਈ ਦੇਖੋ ਕਈ ਚੀਜ਼ਾਂ ਦੇਖਣੀਆਂ ਪੈਣਗੀਆਂ। ਇੱਕ ਤਾਂ ਸਾਨੂੰ ਇਹ ਦੇਖਣਾ ਪਏਗਾ ਕਿ ਵੀ ਜਿਹੜੇ ਢੀਂਡਸਾ ਸਾਹਿਬ ਹੈਗੇ ਆ ਉਹਨਾਂ ਦਾ 50 ਸਾਲ ਦਾ ਲੰਬਾ ਕੈਰੀਅਰ ਹੈ ਅਤੇ 50 ਸਾਲ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੀ ਰਹੇ ਹੈ ਅਤੇ ਹੁਣ ਆ ਕੇ ਉਹਨਾਂ ਦੇ ਪੁੱਤਰ ਦੇ ਨਾਲ ਵਖਰੇਵੇਂ ਜਿਹੜੇ ਆ ਉਹ ਸਾਹਮਣੇ ਆਏ ਹੈ ਅਤੇ ਮਤਲਬ ਹੁਣ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਬਾਦਲ ਸਾਹਿਬ ਦੇ ਨੰਬਰ 2 ਢੀਂਡਸਾ ਸਾਹਿਬ ਸੀਗੇ 50 ਸਾਲ ਤੋਂ, ਅਤੇ ਲੰਬੀ ਪੋਲੀਟਿਕਸ ਉਹਨਾਂ ਨੇ ਪੰਜਾਬ ਦੀ ਖੇਡੀ ਹੈ ਅਤੇ ਪੰਜਾਬ ਦੇ ਸਾਰੇ ਮਤਲਬ ਘਟਨਾਕ੍ਰਮ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਆ। ਦਿੱਲੀ ਦੇ ਵਿੱਚ ਵੀ ਉਹਨਾਂ ਦੀ ਚੰਗੀ ਜਿਹੜੀ ਹੈ ਪੈਠ ਮੰਨੀ ਜਾ ਰਹੀ ਹੈ। ਅਤੇ ਦੂਸਰੇ ਪਾਸੇ ਬਾਦਲ ਸਾਹਿਬ ਵੱਲ ਜਦੋਂ ਅਸੀਂ ਦੇਖਦੇ ਹਾਂ ਉਹਨਾਂ ਦੀਆਂ ਸਟੇਟਮੈਂਟਸ ਆ ਰਹੀਆਂ ਕਿ ਵੀ ਮੈਂ ਹੁਣ ਤਕਰੀਬਨ ਰਾਜਨੀਤੀ ਤੋਂ ਘਰ ਬੈਠ ਚੁੱਕਿਆ, ਮੈਂ ਰਾਜਨੀਤੀ 'ਚ ਪਾਰਟੀਸਪੇਟ ਨਹੀਂ ਕਰ ਰਿਹਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਫੀਲਡ ਜਿਹੜੀ ਹੈ ਓਪਨ ਹੈ ਅਤੇ ਸੁਖਬੀਰ ਬਾਦਲ ਦਾ ਜਿਹੜਾ ਮਤਲਬ ਕਾਰਜਸ਼ੈਲੀ ਹੈ ਉਹ ਸਾਡੇ ਸਾਹਮਣੇ ਹੈ। ਸਭ ਦੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਥਕ ਜਿਹੜੀਆਂ ਸਫਾਵਾਂ ਉਹਨਾਂ ਨੂੰ ਲੈਟ ਡਾਊਨ ਕੀਤਾ। ਸਰਸਾ ਸਾਹਿਬ ਦਾ ਸਰਸੇ ਵਾਲੇ ਇਸ਼ੂ ਦੇ ਉੱਪਰ ਜਥੇਦਾਰ ਸਾਹਿਬ ਨੂੰ ਵਿੱਚ ਘੜੀਸਿਆ, ਉਹਨਾਂ ਨੂੰ ਚੰਡੀਗੜ੍ਹ ਬੁਲਾਇਆ, ਉਹਨਾਂ ਨੂੰ ਹਦਾਇਤਾਂ ਕੀਤੀਆਂ, ਸਾਰੀਆਂ ਪਬਲਿਕ ਡੋਮੇਨ 'ਚ ਗੱਲਾਂ ਹੈਗੀਆਂ। ਸੋ ਉਹਨਾਂ ਤੋਂ ਮੁਕਤੀ ਪਾਉਣ ਲਈ ਤਾਂ ਜਦੋਜਹਿਦ ਹਰ ਸਿੱਖ ਕਹਿ ਰਿਹਾ ਕਿ ਵੀ ਇਹ ਚੀਜ਼ਾਂ ਸ਼੍ਰੋਮਣੀ ਕਮੇਟੀ 'ਚ ਨਹੀਂ ਹੋਣੀਆਂ ਚਾਹੀਦੀਆਂ, ਤਖ਼ਤ ਸਾਹਿਬਾਨਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ, ਲੇਕਿਨ ਉਸ ਨੂੰ ਅਮਲੀ ਜਾਮਾ ਕੌਣ ਪਾਉਂਦਾ? ਕਿਸੇ ਨਾ ਕਿਸੇ ਨੂੰ ਤਾਂ ਸਿਰ ਚੱਕਣਾ ਹੀ ਪਏਗਾ। ਅਤੇ ਜੇ ਹੁਣ ਢੀਂਡਸਾ ਸਾਹਿਬ ਨੇ ਸਿਰ ਚੱਕਿਆ ਅਤੇ ਇਹਨਾਂ ਨੂੰ ਕਾਮਯਾਬੀ ਜਿਹੜੀ ਹੈ ਮਿਲਦੀ ਹੈ ਨਹੀਂ ਮਿਲਦੀ ਇਹ ਸਮਾਂ ਦੱਸੇਗਾ। ਪਰ ਮੈਨੂੰ ਇਹ ਲੱਗਦਾ ਕਿ ਬਈ ਸਿੱਖ ਜਗਤ ਦੇ ਵਿੱਚ ਇਹ ਮੰਗ ਜ਼ੋਰ ਫੜ ਰਹੀ ਹੈ ਕਿ ਬਈ ਇਹਦੇ ਵਿੱਚ ਸੁਧਾਰ ਹੋਣਾ ਚਾਹੀਦਾ ਹੈ। ਜੀ ਸਰ, ਸਾਬਕਾ ਜਥੇਦਾਰ ਰਣਜੀਤ ਸਿੰਘ ਹੋਰੀ ਵੀ ਲਗਾਤਾਰ ਇਹਨਾਂ ਹੀ ਕੋਸ਼ਿਸ਼ਾਂ ਦੇ ਵਿੱਚ ਹੈ ਕਿ ਮੁਕਤ ਕਰਵਾਇਆ ਜਾਵੇ। ਉਹਨਾਂ ਦੇ ਵੀ ਮਤਭੇਦ ਕਾਫੀ ਵਾਰ ਜਿਹੜੇ ਆ ਸਾਹਮਣੇ ਆਉਂਦੇ ਆ ਬਾਦਲ ਪਰਿਵਾਰ ਦੇ ਨਾਲ ਦੀ ਨਾਲ ਇਹ ਵੀ ਤਾਂ ਵੱਡਾ ਸਵਾਲ ਬਣਦਾ ਨੇ ਕਿ ਕੇਂਦਰ ਦੇ ਹੱਥ 'ਚ ਹੈਗਾ ਕਿ ਕਦੋਂ ਚੋਣਾਂ ਹੋਣ ਜਾਂ ਨਾ ਹੋਣ, ਕਿਉਂਕਿ ਲਗਾਤਾਰ ਤਾਂ ਮੰਗ ਉੱਠਦੀ ਰਹੀ ਇਸ ਤੋਂ ਪਹਿਲਾਂ ਵੀ ਕਿ ਇਲੈਕਸ਼ਨ ਹੋਣ, ਪਰ ਕੇਂਦਰ ਨੇ ਕਦੇ ਤਵੱਜੋ ਹੀ ਨਹੀਂ ਦਿੱਤੀ। ਪੰਜਾਬ ਸਰਕਾਰ ਵੀ ਲਗਾਤਾਰ ਮੰਗ ਕਰਦੀ ਰਹੀ ਕਿ ਭਾਈ ਇਲੈਕਸ਼ਨ ਕਰਵਾਓ। ਫੂਲਕਾ ਸਾਹਿਬ ਕਦੋਂ ਦੇ ਲੱਗੇ ਹੋਏ ਆ ਲੀਗਲ ਤੌਰ 'ਤੇ ਵੀ ਕਿ ਇਹਦੇ ਇਲੈਕਸ਼ਨ ਹੋਣ। ਸੰਭਵ ਤੋਂ ਮੇਰਾ ਮਤਲਬ ਇਹ ਸੀ ਕਿ ਕੇਂਦਰ ਸਰਕਾਰ ਕੀ ਚਾਹੁੰਦੀ ਹੋਊਗੀ ਕਿ ਇਲੈਕਸ਼ਨ ਹੋਣ, ਕਿਉਂਕਿ ਹੱਥ 'ਚ ਤਾਂ ਕੇਂਦਰ ਸਰਕਾਰ ਦੀ ਹੈ ਨਾ।
ਦੇਖੋ ਮੇਰਾ ਓਪੀਨੀਅਨ ਇਹ ਹੈ ਕਿ ਵੀ ਕੇਂਦਰ ਸਰਕਾਰ ਉਦੋਂ ਤੱਕ ਇਲੈਕਸ਼ਨ ਨਹੀਂ ਕਰਵਾਏਗੀ ਜਦੋਂ ਤੱਕ ਉਹਨਾਂ ਨੂੰ ਇਹ ਦਿਖੇ ਕਿ ਐਸਜੀਪੀਸੀ ਦੇ ਵਿੱਚ ਸਾਡੇ ਮਨਪਸੰਦ ਦੇ ਬੰਦੇ ਜਿੱਤ ਕੇ ਆਣਗੇ। ਉਸ ਸਮੇਂ ਜਦੋਂ ਤੱਕ ਉਹਨਾਂ ਨੂੰ ਇਹ ਕੌਨਫੀਡੈਂਸ ਨਹੀਂ ਹੁੰਦਾ ਤੇ ਉਹ ਇਲੈਕਸ਼ਨ ਨਹੀਂ ਕਰਵਾਉਣਗੇ। ਲੇਕਿਨ ਕਿਉਂਕਿ ਪਬਲਿਕ ਦੇ ਵਿੱਚ ਇੰਨੀ ਰਿਜ਼ੈਂਟਮੈਂਟ ਹੋ ਗਈ ਹੈ ਬਾਦਲ ਫੈਮਿਲੀ ਦੇ ਖਿਲਾਫ ਜਾਂ ਸੁਖਬੀਰ ਬਾਦਲ ਦੇ ਖਿਲਾਫ ਜਾਂ ਮਜੀਠੀਆ ਦੇ ਖਿਲਾਫ, ਦੋ ਚਾਰ ਇਸ਼ੂਜ਼ ਨੂੰ ਲੈ ਕੇ, ਇੱਕ ਬੇਅਦਬੀ ਵਾਲਾ ਮਾਮਲਾ ਹੋ ਗਿਆ, ਬਰਗਾੜੀ ਵਾਲਾ ਹੋ ਗਿਆ, ਸੁਮੇਧ ਸੈਣੀ ਨੂੰ ਕਿਵੇਂ ਉਹਨਾਂ ਨੇ ਗਲਵੱਕੜੀਆਂ ਪਾਈਆਂ, ਕਿਵੇਂ ਉਸ ਨੂੰ ਪਾਵਰ ਦਿੱਤੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰ ਰਹੀਆਂ ਤੇ ਉਹ ਉਹਨਾਂ ਦਾ ਗ੍ਰਾਫ ਜਿਹੜਾ ਬਹੁਤ ਨੀਵਾਂ ਜਾ ਚੁੱਕਿਆ। ਸੋ ਜੇਕਰ ਸੈਂਟਰ ਨੂੰ ਕੁਛ ਨਾ ਕੁਛ ਤਾਂ ਕਰਨਾ ਪਏਗਾ ਜੇ ਉਹ ਪੰਜਾਬ ਦੇ ਵਿੱਚ ਸ਼ਾਂਤੀ ਦਾ ਜਿਹੜਾ ਮਾਹੌਲ ਹੈ ਉਸ ਨੂੰ ਅੱਗੇ ਤੋਰਨਾ ਚਾਹੁੰਦੇ ਆ, ਕਿਉਂਕਿ ਅਲਟੀਮੇਟਲੀ ਜੇ ਉਹ ਨਹੀਂ ਉਹਨੂੰ ਕਰਨਗੇ, ਜ਼ਬਰਦਸਤੀ ਬਾਦਲਾਂ ਨੂੰ ਸਿੱਖ ਪੰਥ ਦੇ ਉੱਪਰ ਚੜ੍ਹਾਈ ਰੱਖਣਗੇ ਉਹਨਾਂ ਦੇ ਸਿਰ ਤੇ ਇਲੈਕਸ਼ਨ ਵੀ ਨਹੀਂ ਹੋਣ ਦੇਣਗੇ ਤੇ ਕਿੰਨੀ ਦੇਰਾਂ ਚੱਲੇਗਾ। ਇੱਕ ਨਾ ਇੱਕ ਦਿਨ ਤਾਂ ਗੁਬਾਰ ਜਿਹੜਾ ਹੈਗਾ ਕੁੱਕਰ ਦੀ ਸੀਟੀ ਵਾਂਗੂ ਉਹ ਫਟੇਗਾ ਫਿਰ। ਤੇ ਇਹ ਸਟੀਮ ਕੱਢਣੀ ਬਹੁਤ ਜ਼ਰੂਰੀ ਹੈ ਤੇ ਮੈਨੂੰ ਉਮੀਦ ਹੈ ਕਿ ਬਈ ਸੈਂਟਰ ਵੀ ਇਸ ਚੀਜ਼ ਨੂੰ, ਸਾਰੀ ਚੀਜ਼ ਨੂੰ ਸਮਝ ਰਹੀ ਹੈ ਤੇ ਇਲੈਕਸ਼ਨ ਵੱਲ ਉਹ ਤਵੱਜੋ ਦੇਵੇਗੀ। ਜੀ, ਵੱਡਾ ਸਵਾਲ ਇੱਥੇ ਇਹ ਵੀ ਪੈਦਾ ਹੁੰਦਾ, ਤੁਸੀਂ ਕਿਹਾ ਕਿ ਤਵੱਜੋ ਦੇਗੀ ਕੇਂਦਰ, ਪਰ ਉਹ ਤਾਂ ਭਾਈਵਾਲ ਨੇ, ਬਾਦਲ ਪਰਿਵਾਰ ਤਾਂ ਭਾਈਵਾਲ ਹੈ ਭਾਜਪਾ ਦਾ। ਫਿਰ ਬਾਦਲ ਪਰਿਵਾਰ ਵੀ ਤਾਂ ਕੋਸ਼ਿਸ਼ ਕਰੇਗਾ ਕਿ ਅਜਿਹਾ ਨਾ ਹੋਵੇ ਜੇਕਰ ਉਹਨਾਂ ਨੂੰ ਇਉਂ ਲੱਗਦਾ, ਕਿਉਂਕਿ ਇੱਕ ਵੱਡੀ ਧਿਰ ਜਿਹੜੀ ਆ ਢੀਂਡਸਾ ਸਾਹਿਬ ਦੀ ਸਾਹਮਣੇ ਖੜੀ ਹੋ ਗਈ ਹੈ। ਨਵੰਬਰ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਵੀ ਹੋਣੀ ਹੈ, ਉੱਥੇ ਵੀ ਉਹਨਾਂ ਦੀ ਜ਼ੋਰ ਅਜ਼ਮਾਇਸ਼ ਹੋਣੀ ਹੈ। ਜਾਣੀ ਸਿਆਸਤ ਦੇ ਵਿੱਚ ਉਥਲ ਪੁਥਲ ਤਾਂ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਹੈ। ਦੇਖੋ ਇੱਕ ਚੀਜ਼ ਉਹ ਕਰ ਸਕਦੇ ਆ ਕਿ ਉਹ ਜਨਰਲ ਇਲੈਕਸ਼ਨ ਨਾ ਕਰਾਉਣ ਤੇ ਨਵੰਬਰ ਦੇ ਵਿੱਚ ਹੀ ਜ਼ੋਰ ਅਜ਼ਮਾਇਸ਼ ਕਰ ਦੇਣ, ਥੋੜ੍ਹੇ ਬਹੁਤੇ ਮੈਂਬਰਾਂ ਨੂੰ ਇੱਧਰ ਉੱਧਰ ਕਰਕੇ ਕੋਈ ਐਸਜੀਪੀਸੀ ਦੇ ਵਿੱਚ ਦਿੱਲੀ ਸਰਕਾਰ ਕੁਛ ਕਰ ਦੇਵੇ ਤੇ ਉਹ ਵੀ ਇੱਕ ਰਸਤਾ ਉਹਨਾਂ ਕੋਲ ਹੈਗਾ ਕਿ ਬਈ ਜਨਰਲ ਹਾਊਸ ਦੀ ਇਲੈਕਸ਼ਨ ਨਾ ਕਰਾਈ ਜਾਵੇ, ਸਿਰਫ ਪ੍ਰਧਾਨਗੀ ਦੀ ਚੋਣ ਦੇ ਵਿੱਚ ਹੀ ਜਿਹੜਾ ਕੰਮ ਹੈ ਉਹ ਉਸ ਨੂੰ ਮੈਨੇਜ ਕਰ ਲਿਆ ਜਾਵੇ। ਸੋ ਇੱਦਾਂ ਦਾ ਇੱਕ ਆਪਸ਼ਨ ਉਹਨਾਂ ਕੋਲ ਹੈਗੀ ਆ, ਪਰ ਇਹ ਹੁਣ ਨਵੰਬਰ ਦਾ ਮਹੀਨਾ ਹੀ ਦੱਸੇਗਾ ਕਿ ਉਹ ਕੀ ਕਰਦੇ ਨੇ। ਸਰ, ਤੁਸੀਂ ਸਾਬਕਾ ਮੈਂਬਰ ਹੋ ਐਸਜੀਪੀਸੀ ਦੇ, ਤੁਹਾਡਾ ਓਪੀਨੀਅਨ ਜਾਣਨਾ ਜ਼ਰੂਰ ਚਾਹੂੰਗਾ ਮੈਂ ਕਿ ਤੁਹਾਡੇ ਮਤਭੇਦ ਨੇ ਜਿਹੜੇ ਉਹ ਵੀ ਕਿਤੇ ਨਾ ਕਿਤੇ ਬਾਦਲ ਪਰਿਵਾਰ ਦੀਆਂ ਜਿਸ ਤਰੀਕੇ ਦੀਆਂ ਰਣਨੀਤੀਆਂ ਰਹਿੰਦੀਆਂ, ਜਿਸ ਤਰੀਕੇ ਨਾਲ ਪੰਥ ਕਹਿੰਦਾ ਹੈ, ਪੰਥ ਦੇ ਲੋਕ ਕਹਿੰਦੇ ਨੇ ਕਿ ਇਹ ਪਰਿਵਾਰ ਉਸ 'ਤੇ ਕਬਜ਼ਾ ਕਰਦਾ, ਗਲਤ ਤਰੀਕੇ ਦੇ ਨਾਲ ਉਹਨਾਂ ਦਾ ਫਾਇਦਾ ਵੀ ਉਠਾਉਂਦਾ, ਕਿਤੇ ਨਾ ਕਿਤੇ ਜਿਹੜੇ ਤੁਹਾਡੇ ਸਾਥੀ ਨੇ, ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਕਿਤੇ ਨਾ ਕਿਤੇ ਉਹ ਵੀ ਚਾਹੁੰਦੇ ਨੇ ਕਿ ਜਿਹੜਾ ਇਹਦੇ 'ਚ ਬਦਲਾਅ ਹੋਣਾ ਚਾਹੀਦਾ। ਦੇਖੋ ਚਾਹੁੰਦੇ ਤਾਂ ਸਾਰੇ ਹੈਗੇ ਆ, ਕਾਫੀ ਮੈਜੋਰਿਟੀ ਜਿਹੜੇ ਲੋਕ ਆ ਉਹ ਚਾਹੁੰਦੇ ਆ ਕਿ ਬਦਲਾਅ ਹੋਣਾ ਚਾਹੀਦਾ। ਬਦਲਾਅ ਨਾ ਵੀ ਹੋਵੇ, ਉਹ ਘੱਟੋ ਘੱਟ ਇੰਨਾ ਜ਼ਰੂਰ ਚਾਹੁੰਦੇ ਆ ਕਿ ਸੁਧਾਰ ਹੋਣਾ ਚਾਹੀਦਾ ਹੈ। 90% ਜਾਂ 99% ਬੰਦੇ ਚਾਹੁੰਦੇ ਆ ਕਿ ਇਹਦੇ ਸੁਧਾਰ ਹੋਣਾ ਚਾਹੀਦਾ ਹੈ। ਬਦਲਾਅ ਲਈ ਵੀ ਕਾਫੀ ਬੰਦੇ ਇੱਛੁਕ ਹੈਗੇ ਕਿ ਬਦਲਾਅ ਹੋਣਾ ਚਾਹੀਦਾ, ਲੇਕਿਨ ਉਸ ਬਦਲਾਅ ਨੂੰ ਅਮਲੀ ਜਾਮਾ ਪਹੁੰਚਾਉਣ ਲਈ ਪੋਲੀਟੀਕਲ ਜਿਹੜੀਆਂ ਤਾਕਤਾਂ ਹੈਗੀਆਂ ਉਹਨਾਂ ਦੀ ਰਜ਼ਾਮੰਦੀ ਬਹੁਤ ਜ਼ਰੂਰੀ ਹੈ ਤੇ ਉਹ ਰਜ਼ਾਮੰਦੀ ਜਦ ਤੱਕ ਨਹੀਂ ਹੁੰਦੀ ਉਦੋਂ ਤੱਕ ਬਦਲਾਅ ਨਹੀਂ ਹੋ ਸਕਦਾ। ਉਹਦੇ ਵਿੱਚ ਪੰਜਾਬ ਗੌਰਮੈਂਟ ਦਾ ਵੀ ਕਾਫੀ ਰੋਲ ਰਹਿੰਦਾ ਹੈ, ਦਿੱਲੀ ਸਰਕਾਰ ਦਾ ਰੋਲ ਰਹਿੰਦਾ, ਕਿਸ ਤਰੀਕੇ ਦੇ ਨਾਲ ਉਹ ਸਾਰੀ ਚੀਜ਼ ਨੂੰ ਹੈਂਡਲ ਕਰਦੇ ਆ ਤੇ ਜਿੱਦਾਂ ਉਹ ਚਾਹਣਗੇ ਮੇਰੇ ਹਿਸਾਬ ਨਾਲ ਉੱਦਾਂ ਹੀ ਇੱਥੇ ਡਿਵੈਲਪ ਹੋਏਗੀ ਸਿਚੁਏਸ਼ਨ। ਜੀ, ਇਸ ਦੇ ਨਾਲ ਹੀ ਮੈਂ ਇਸ ਤੋਂ ਇੱਕ ਵੱਖਰਾ ਸਵਾਲ ਕਰਨਾ ਚਾਹੂੰਗਾ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਨਵੀਂ ਪਾਰਟੀ ਦਾ ਗਠਨ ਕੀਤਾ ਹੈ, ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹੈ। ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਦੇ ਕਰਕੇ ਜਾਂ ਫਿਰ ਬਾਦਲ ਸਾਹਿਬ ਤੋਂ ਉਹਨਾਂ ਦਾ ਜਿਹੜਾ ਕਬਜ਼ਾ ਹਟਾਉਣ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ 1920 ਨੇ ਵੀ ਯੈਸ ਕਰਤੀ ਹੈ, ਰਵਿੰਦਰ ਸਿੰਘ ਹੋਰਾਂ ਨੇ ਵੀ ਯੈਸ ਕਰਤੀ ਹੈ ਕਿ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ। ਕਿਵੇਂ ਦੇਖਦੇ ਹੋ ਨਵੀਂ ਪਾਰਟੀ ਨੂੰ ਤੇ ਨਾਲ ਦੀ ਨਾਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵੱਲੋਂ ਜਿਸ ਤਰੀਕੇ ਦੀਆਂ ਸੰਵਿਧਾਨ ਲੈ ਕੇ ਆਏ ਨੇ ਉਹ ਕਿ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਇਹ ਸੰਵਿਧਾਨ ਚਲਾਵਾਂਗੇ ਸ਼੍ਰੋਮਣੀ ਕਮੇਟੀ ਦਾ, ਉਹ ਸਾਰੇ ਨੂੰ ਕਿਵੇਂ ਦੇਖਦੇ? ਦੇਖੋ ਜਿਹੜੀਆਂ ਉਹਨਾਂ ਦੀਆਂ ਸਟੇਟਮੈਂਟਸ ਆਈਆਂ, ਜਿਵੇਂ ਉਹਨਾਂ ਨੇ ਲੁਧਿਆਣੇ ਦੇ ਵਿੱਚ ਮੀਟਿੰਗ ਕਰਕੇ ਜਿਹੜਾ ਇੱਕ ਆਪਾਂ ਏਜੰਡਾ ਉਹਨਾਂ ਨੇ ਜਾਰੀ ਕੀਤਾ, ਉਸ ਨੂੰ ਦੇਖਦੇ ਹੋਏ ਤਾਂ ਲੱਗਦਾ ਜੇ ਉਹ ਵਾਕਈ ਹੀ ਉਹਦੇ 'ਤੇ ਪਹਿਰਾ ਦੇਣਗੇ ਤੇ ਉਸ ਨੂੰ ਲੈ ਕੇ ਅੱਗੇ ਚੱਲਣਗੇ। ਫੈਡਰਲਿਜ਼ਮ ਦੀ ਵੀ ਗੱਲ ਉਹਨਾਂ ਨੇ ਕੀਤੀ ਹੈ ਤੇ ਉਹ ਗੱਲਾਂ ਸਾਰੀਆਂ ਰਵਾਇਤੀ ਅਕਾਲੀ ਜਿਹੜਾ ਮਾਈਂਡਸੈਟ ਹੈ ਉਸ ਨੂੰ ਉਹ ਆਕਰਸ਼ਿਤ ਕਰਨਗੀਆਂ ਤੇ ਉੱਧਰ ਝੁਕੇਗਾ ਅਕਾਲੀ ਮਾਈਂਡ ਜਿਹੜਾ ਹੈਗਾ। ਜਿੰਨੇ ਅਕਾਲੀ ਮਾਈਂਡ ਦੇ ਵੋਟਰ ਹੈਗੇ ਉਹਨਾਂ ਵੱਲ ਝੁਕਣਗੇ ਜੇ ਉਹ ਇਹ ਗੱਲਾਂ ਨੂੰ ਅੱਗੇ ਲੈ ਕੇ ਤੁਰਨਗੇ। ਕਿਉਂਕਿ ਦੇਖੋ ਜਦੋਂ ਤੋਂ ਸੁਖਬੀਰ ਬਾਦਲ ਦੀ ਜੇ ਆਪਾਂ ਲੀਡਰਸ਼ਿਪ ਦੇਖਦੇ ਹਾਂ ਤੇ ਉਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਪਿੱਛੇ ਛੱਡਤਾ। ਉਹਨੇ ਕਸ਼ਮੀਰ ਦੇ ਵਿੱਚ 370 ਦਾ ਮਾਮਲਾ ਆਇਆ ਜਾਂ ਹੋਰ ਸੈਂਟਰ ਸਟੇਟ ਅਧਿਕਾਰਾਂ ਦੀ ਜਿੱਥੇ ਵੀ ਗੱਲ ਆਈ ਉਹਨੇ ਹਮੇਸ਼ਾ ਬੀਜੇਪੀ ਦੇ ਹੱਕ ਦੇ ਵਿੱਚ ਬਲਾਈਂਡਲੀ ਉਹਨੇ ਵੋਟ ਪਾਈ ਹੈ ਤੇ ਜਿਹੜੀ ਅਕਾਲੀ ਆਈਡੀਓਲੋਜੀ ਹੈ ਉਸ ਨੂੰ ਉਹਨੇ ਕੰਪਰੋਮਾਈਜ਼ ਕੀਤਾ ਹੈ। ਇਹ ਚੀਜ਼ਾਂ ਤਾਂ ਸਾਰੀਆਂ ਸਾਹਮਣੇ ਹੈਗੀਆਂ ਹੀ ਆ ਸਾਡੇ। ਉਸ ਤੋਂ ਇਲਾਵਾ ਜਿਹੜਾ ਪੰਥਕ ਫੀਲਡ ਦੇ ਵਿੱਚ ਜਿਹੜਾ ਨਿਘਾਰ ਆਇਆ ਉਹ ਮਤਲਬ ਉਹਦੇ ਤਾਂ ਮਤਲਬ ਬਿਆਨ ਹੀ ਨਹੀਂ ਕਰ ਸਕਦੇ ਆਪਾਂ। ਰੀਸੈਂਟਲੀ ਆਪਾਂ ਦੇਖਿਆ ਕਿ ਵੀ 267 ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜੇ ਆ ਉੱਥੋਂ ਗਾਇਬ ਪਾਏ ਗਏ ਆ ਤੇ ਇਸ ਦੇ ਬਾਵਜੂਦ ਚਲੋ ਕਾਊਂਟਿੰਗ ਦੇ ਵਿੱਚ ਉੱਪਰ ਥੱਲੇ ਹੋ ਗਏ। ਫਿਰ ਗੱਲ ਨਿਕਲ ਕੇ ਆਈ ਕਿ ਜੀ 80 ਸਰੂਪ ਜਿਹੜੇ ਆ ਉਹ ਅਗਨ ਭੇਟ ਹੋ ਗਏ, ਉੱਥੇ ਅੱਗ ਲੱਗੀ ਤੇ ਉਹਦੇ ਵਿੱਚ ਉਹ ਅਗਨ ਭੇਟ ਹੋ ਗਏ।
ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਅਗਨ ਭੇਟ ਹੋ ਗਿਆ ਤੇ ਤੁਸੀਂ ਇੱਕ ਅਰਦਾਸ ਵੀ ਨਹੀਂ ਕੀਤੀ ਜੀ। ਪਸ਼ਚਾਤਾਪ ਦੀ ਉੱਥੇ ਅਖੰਡ ਪਾਠ ਰੱਖ ਕੇ ਅਰਦਾਸ ਹੀ ਕਰਾ ਦਿੰਦੇ ਕਿ ਜੀ ਸਾਡੀ ਅਣਗਹਿਲੀ ਹੈ, ਅਸੀਂ ਇਹ ਜਿਹੜਾ ਕਿ ਰਵਾਇਤੀ ਤੌਰ ਤੇ ਇਹ ਚੀਜ਼ ਮੈਂਡੇਟਰੀ ਹੈ, ਮਰਿਆਦਾ ਕਹਿੰਦੀ ਹੈ ਕਿ ਵੀ ਜਿੱਥੇ ਤੁਸੀਂ ਤੁਹਾਡੀ ਗਲਤੀ ਕਰਕੇ ਕੋਈ ਬੇਅਦਬੀ ਹੁੰਦੀ ਹੈ ਤੇ ਤੁਸੀਂ ਉਹਦਾ ਪਸ਼ਚਾਤਾਪ ਦੀ ਇੱਕ ਅਰਦਾਸ ਕਰਨੀ ਹੈ, ਉਹ ਵੀ ਤੁਸੀਂ ਨਹੀਂ, ਉਹ ਵੀ ਸਭ ਵਿੱਚੇ ਖਾ ਪੀ ਗਏ। ਸੋ ਇਹ ਇਸ ਤਰੀਕੇ ਦਾ ਜਿਹੜਾ ਮਤਲਬ ਇਹਨਾਂ ਨੇ ਰਫ ਸ਼ਾਟ ਕੀਤਾ, ਸਾਰਾ ਕੁਝ ਧੱਕੇਸ਼ਾਹੀ ਕੀਤੀ ਹੈ, ਇਸ ਤੋਂ ਲੋਕੀ ਬਹੁਤ ਅੱਕ ਚੁੱਕੇ ਆ ਹੁਣ। ਇਹੋ ਹੀ ਸਵਾਲ ਲੈ ਕੇ ਅਸੀਂ ਸਿੱਖ ਵਿਸ਼ਿਆਂ ਦੇ ਮਾਹਿਰ ਡਾਕਟਰ ਖੁਸ਼ਹਾਲ ਸਿੰਘ ਨਾਲ ਵੀ ਗੱਲਬਾਤ ਕੀਤੀ। ਉਹਨਾਂ ਵੀ ਸੁਖਦੇਵ ਸਿੰਘ ਢੀਂਡਸਾ ਨੂੰ ਸੁਲਝੇ ਹੋਏ ਲੀਡਰ ਦੱਸਿਆ ਤੇ ਨਾਲ ਹੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪਰਿਵਾਰ ਤੋਂ ਮੁਕਤ ਕਰਵਾਉਣਾ ਸਮੇਂ ਦੀ ਲੋੜ ਹੈ ਤੇ ਢੀਂਡਸਾ ਨੂੰ ਪੰਥ ਦਾ ਸਮਰਥਨ ਦੇਣ ਵਾਲੇ ਵੱਡੇ ਪੱਧਰ ਤੇ ਲੋਕ ਜੁੜੇ ਹੋਏ ਹੈ। ਇੱਕ ਤਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ, ਖਾਸ ਕਰਕੇ ਸਿੱਖ ਸਿਆਸਤ, ਉਹਦੇ ਵਿੱਚ ਢੀਂਡਸੇ ਦਾ ਕੱਦ ਹੈ ਜਿਹੜਾ ਉਹ ਕਾਫੀ ਉੱਚਾ ਆ ਤੇ ਉਹ ਲੰਮਾ ਇੱਕ ਤਜਰਬੇਕਾਰ ਸਿਆਸਤਦਾਨ ਨੇ ਤੇ ਉਹਨਾਂ ਦੇ ਦੁਆਲੇ ਉਹ ਸਾਰੇ ਲੋਕ ਜਿਹੜੇ ਬਾਦਲ ਦੀ ਸਥਾਪਤੀ ਤੋਂ, ਬਾਦਲ ਪਰਿਵਾਰ ਤੋਂ ਪੀੜਤ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਉਹਨਾਂ ਦੇ ਨੇੜੇ ਆ ਰਹੇ ਨੇ। ਇਹ ਜਿਹੜੀ ਆ ਸੱਚਾਈ ਹੈਗੀ ਆ ਸਾਡੇ ਸਾਰਿਆਂ ਦੇ ਸਾਹਮਣੇ, ਕਿਉਂਕਿ ਅਕਾਲੀ ਦਲ ਬੇਅਦਬੀਆਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਇੱਕ ਖਾਸ ਨਿਵਾਨ ਵੱਲ ਵੱਧ ਰਿਹਾ ਆ ਤੇ ਉਹਨਾਂ ਦੇ ਵਿੱਚ ਖਾਸ ਕਰਕੇ ਸਿੱਖ ਸਰਕਲ ਦੇ ਵਿੱਚ ਉਹਨਾਂ ਦਾ ਜਿਹੜਾ ਆਧਾਰ ਹੈ ਉਹ ਘਟ ਰਿਹਾ ਲਗਾਤਾਰ। ਤੇ ਹੁਣ ਜਿਹੜਾ ਆ ਹੁਣ ਆ ਕੇ ਜਿਹੜੇ ਉਹਨਾਂ ਦਾ ਦੋਗਲਾ ਸਟੈਂਡ ਹੈ ਕਰਕੇ ਪੰਜਾਬ ਬਾਰੇ, ਪੰਜਾਬ ਦੇ ਪਾਣੀਆਂ ਬਾਰੇ, ਪੰਜਾਬ ਦੀਆਂ ਫਸਲਾਂ ਬਾਰੇ, ਪੰਜਾਬ ਦੇ ਬਾਰੇ ਉਹ ਦੁਚਿੱਤੀ 'ਚ ਹੈ। ਜਿਵੇਂ ਹੁਣ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਉਹ ਧਰਨੇ ਲਾ ਰਹੇ ਹੈ ਤੇ ਲੋਕਾਂ ਨੂੰ ਸਮਝ ਨਹੀਂ ਲੱਗ ਰਿਹਾ ਉਹ ਧਰਨੇ ਕਿਹਨਾਂ ਦੇ ਖਿਲਾਫ ਲਾ ਰਹੇ ਹੈ, ਕਿਉਂਕਿ ਜਿਸ ਦੇ ਖਿਲਾਫ ਜਿਨ੍ਹਾਂ ਕੋਲ ਪੈਟਰੋਲ ਦੀਆਂ ਕੀਮਤਾਂ ਦਾ ਸਾਰਾ ਪ੍ਰਬੰਧ ਹੈ ਉਹਦੇ ਵਿੱਚ ਉਹ ਆਪ ਪਾਰਟ ਨੇ। ਤੋ ਲੋਕਾਂ ਦੇ ਵਿੱਚ ਬੜੀ ਇਹ ਹੱਸੋਹੀਣੀ ਜਿਹੜੀ ਆ ਸਿਚੁਏਸ਼ਨ ਹੋਈ ਹੋਈ ਆ ਅਕਾਲੀ ਦਲ ਦੀ ਲੀਡਰਸ਼ਿਪ ਦੀ। ਅਕਾਲੀ ਦਲ ਦਾ ਨਾਂ ਜਿਹੜਾ ਅਕਾਲ ਤੋਂ ਆਰੰਭ ਹੋਇਆ ਸੀਗਾ ਤੇ ਅੱਜ ਉਹ ਅਕਾਲ ਪੂਜਾ ਤੋਂ ਜਿਹੜਾ ਆਰੰਭ ਹੋਇਆ ਸੀ ਉਹ ਸ਼ਖਸੀ ਪੂਜਾ 'ਤੇ ਆ ਕੇ ਖਤਮ ਹੋ ਗਿਆ ਆ। ਉਹ ਪ੍ਰਕਾਸ਼ ਸਿੰਘ ਬਾਦਲ ਦੇ 100 ਸਾਲਾਂ ਦੇ ਸਫ਼ਰ ਨੇ ਜਿਹੜਾ ਉਹ ਲੈ ਕੇ ਉਹਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ ਹੈ। ਇਹਦੇ ਵਿੱਚ ਕੋਈ ਵੱਡੀ ਜਿਹੜੀ ਸ਼ਕਤੀ ਹੈ ਹਾਲੇ ਤੱਕ ਬਾਦਲਾਂ ਨੂੰ ਉਸ ਤਰ੍ਹਾਂ ਧਾਰਮਿਕ ਖੇਤਰ ਦੇ ਵਿੱਚ ਚੈਲੰਜ ਕਰਨ ਵਾਲੀ ਜਿਹੜੀ ਹੈ ਉਹ ਧਿਰ ਸਾਹਮਣੇ ਨਹੀਂ ਸੀ ਆਈ। ਤੇ ਹੁਣ ਇਹ ਲੱਗਦਾ ਜਿਸ ਤਰ੍ਹਾਂ ਰਵੀ ਇੰਦਰ ਹੈ, ਭਾਈ ਰਣਜੀਤ ਸਿੰਘ ਹੈ ਜਾਂ ਹੋਰ ਜਿਹੜੇ ਧੜੇ ਹੈ, ਸਰਨਾ ਧੜਾ ਆ ਜਾਂ ਅਕਾਲੀ ਦਲ ਮਾਨ ਤੋਂ ਲੈ ਕੇ ਸਾਰੇ ਬੰਦੇ ਇਹਨਾਂ ਦੇ ਥੱਲੇ ਜਿਹੜੇ ਹੈ ਇਹ ਇਹਨਾਂ ਦੇ ਨਾਲ ਇਕੱਤਰ ਹੋ ਸਕਦੇ ਆ, ਕਿਉਂਕਿ ਸਾਰਿਆਂ ਨੂੰ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੇ ਕੋਈ ਤਬਦੀਲੀ ਕੀਤੀ ਜਾ, ਕਿਉਂਕਿ ਅਕਾਲੀ ਦਲ ਇਸ ਤੋਂ ਪਹਿਲਾਂ ਕਦੀ ਇੰਨਾ ਵੀਕ ਨਹੀਂ ਸੀਗਾ ਲੋਕਾਂ ਦੇ ਵਿੱਚ, ਖਾਸ ਕਰਕੇ ਸੰਗਤਾਂ ਦੇ ਵਿੱਚ। ਸੋ ਸਾਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਢੀਂਡਸਾ ਸਾਹਿਬ ਪੰਜਾਬ ਪੱਖੀ ਸਿਆਸਤ ਕਰਨਗੇ, ਕਿਉਂਕਿ ਹਾਲੇ ਤੱਕ ਜਿਹੜੀ ਸਿੱਖਾਂ ਦੀ ਲੀਡਰਸ਼ਿਪ ਹੈ ਉਹ ਦਿੱਲੀ ਤੋਂ ਕੰਟਰੋਲ ਹੁੰਦੀ ਹੈ। ਜਿਹੜੀ ਲੀਡਰਸ਼ਿਪ ਦਿੱਲੀ ਤੋਂ ਕੰਟਰੋਲ ਹੁੰਦੀ ਹੈ ਤੇ ਜਦੋਂ ਪੰਜਾਬ 'ਚ ਇਸ ਗੱਲ ਦਾ ਪਤਾ ਹੋ ਜਾਂਦਾ, ਲੱਗ ਜਾਂਦਾ ਜਾਂ ਲੋਕਾਂ ਨੂੰ ਅਨੁਭਵ ਹੋ ਜਾਂਦਾ ਤਾਂ ਲੋਕ ਉਹ ਦਿੱਲੀ ਦੀ ਜਿਹੜਾ ਕੇਂਦਰ ਹੈ ਉਹਦੇ ਨਾਲ ਜਿਹੜਾ ਨਫ਼ਰਤ ਕਰਦੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸਰ, ਸਭ ਤੋਂ ਵੱਡਾ ਸਵਾਲ ਇੱਥੇ ਇਹ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਇਹ ਦਿੱਲੀ ਦੇ ਹੱਥ 'ਚ ਹੈ, ਜਾਣੀ ਕੇਂਦਰ ਦੇ ਹੱਥ 'ਚ ਹੈ, ਤੇ ਫਿਰ ਕੇਂਦਰ ਬਾਦਲ ਪਰਿਵਾਰ ਦੀ ਜਾਣੀ ਉਸ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਹੈ। ਸੰਭਵ ਹੈਗਾ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਬਾਦਲ ਪਰਿਵਾਰ ਦੇ ਸਾਹਮਣੇ ਢੀਂਡਸਾ ਸਾਹਿਬ ਆ ਕੇ ਖੜ ਗਏ, ਉਹ ਦਾਅਵਾ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਅਸੀਂ ਹਾਂ, ਸ਼੍ਰੋਮਣੀ ਅਕਾਲੀ ਦਲ ਪੰਥ ਦਾ ਹੈ, ਇੱਕ ਪਰਿਵਾਰ ਦਾ ਨਹੀਂ ਹੈਗਾ। ਫਿਰ ਕਿਤੇ ਨਾ ਕਿਤੇ ਜੱਦੋਜਹਿਦ ਨਹੀਂ ਹੋਊਗੀ ਕਿ ਜਿਹੜੀਆਂ ਚੋਣਾਂ ਹੈ ਜਿਵੇਂ ਲੰਮੇ ਸਮੇਂ ਤੋਂ ਇਹਨਾਂ ਨੂੰ ਡਿਲੇ ਕੀਤਾ ਜਾ ਰਿਹਾ, ਕਿਤੇ ਬਾਦਲ ਪਰਿਵਾਰ ਜਾਂ ਉਹ ਸ਼੍ਰੋਮਣੀ ਅਕਾਲੀ ਦਲ ਇਹ ਜੱਦੋਜਹਿਦ ਦੇ ਵਿੱਚ ਤਾਂ ਜ਼ਰੂਰ ਹੋਊਗਾ ਨਾ। ਹਾਂਜੀ, ਤੁਸੀਂ ਇਹ ਸਹੀ ਕਿਹਾ ਹੈਗਾ ਕਿ ਜੇਕਰ ਦਿੱਲੀ ਸਰਕਾਰ ਜਿਸ ਤਰ੍ਹਾਂ ਨਹੀਂ ਚਾਹੁੰਦੀ ਤਾਂ ਚੋਣਾਂ ਨਹੀਂ ਹੁੰਦੀਆਂ, ਇਹ ਤਾਂ ਪ੍ਰੈਕਟੀਕਲ ਇਹੀ ਹਕੀਕਤ ਹੈ। ਲੇਕਿਨ ਪਿਛਲੇ ਸਮਿਆਂ ਦੇ ਵਿੱਚ ਇਵੇਂ ਲੱਗਦਾ ਹੈ ਕਿ ਜਿਸ ਤਰ੍ਹਾਂ ਬੀਜੇਪੀ ਦਾ ਇੱਕ ਧੜਾ ਆ ਜਿਹੜਾ ਸੈਂਟਰ ਦੇ ਵਿੱਚ, ਉਹ ਬਾਦਲ ਦੇ ਪੈਰਲਲ ਕੋਈ ਹੋਰ ਐਲਟਰਨੇਟਿਵ ਲੱਭ ਰਿਹਾ ਆ, ਕਿਉਂਕਿ ਇਹ ਬਾਦਲ ਪਰਿਵਾਰ ਹੁਣ ਬੀਜੇਪੀ ਦੀ ਲਾਇਬਿਲਿਟੀ ਬਣ ਰਹੇ ਨੇ। ਇਹਨਾਂ ਨੂੰ ਜੋ ਇੱਥੋਂ ਸਿੱਖ ਸੰਗਤ, ਬੀਜੇਪੀ ਨੇ ਕਿਉਂ ਬਾਦਲ ਨਾਲ ਸਮਝੌਤਾ ਕੀਤਾ ਜਾਂ ਕਿਉਂ ਕਰਨਾ ਚਾਹੁੰਦੀ, ਕਿ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਜੁੜ ਕੇ ਵੋਟ ਬੈਂਕ ਜਿਹੜਾ ਸਟਰੋਂਗ ਕਰ ਸਕਣ। ਅਤੇ ਉਹ ਜਿਹੜਾ ਹੁਣ ਬਾਦਲ ਪਰਿਵਾਰ ਆਪ ਇੰਨੇ ਬੈਕਫੁੱਟ 'ਤੇ ਚਲੇ ਗਿਆ ਆ
ਕਿ ਉਹ ਹੁਣ ਬੀਜੇਪੀ ਦਾ ਭਲਾ ਕਰਨਾ ਤੇ ਦੂਰ ਦੀ ਗੱਲ ਰਹੀ, ਉਹ ਆਪਣੇ ਪੈਰ ਹੀ ਹਾਲੇ ਤੱਕ ਉਹਦੇ ਨਹੀਂ ਲੱਗ ਰਿਹਾ। ਤੇ ਉੱਥੇ ਇੱਕ ਜਿਹੜਾ ਧੜਾ ਦਿੱਲੀ ਬੈਠਾ ਆ, ਉਹ ਕਦੀ ਫੂਲਕੇ ਰਾਹੀਂ ਤੇ ਕਦੀ ਟਕਸਾਲੀਆਂ ਰਾਹੀਂ ਤੇ ਕਦੀ ਢੀਂਡਸੇ ਰਾਹੀਂ ਟਰਾਈ ਕਰ ਰਿਹਾ ਇੱਕ ਪੈਰਲਲ ਤੌਰ ਦੇ ਉੱਤੇ। ਇਹ ਪੋਸੀਬਲ ਨਹੀਂ ਹੈਗਾ। ਚੋਣਾਂ ਉਦੋਂ ਹੀ ਹੋਣਗੀਆਂ ਜਦੋਂ ਦਿੱਲੀ ਦਾ ਜਿਹੜੇ ਸੈਂਟਰ ਡਿਸਾਈਡ ਕਰੇਗਾ, ਤੇ ਦਿੱਲੀ ਦੇ ਵਿੱਚ ਡਿਸਾਈਡ ਕਰਨਾ ਆ ਕਿ ਹੁਣ ਜਿਹੜਾ ਆ, ਕਿਉਂਕਿ ਜਿਸ ਤਰ੍ਹਾਂ ਅਕਾਲੀ ਦਲ ਵੀ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਨੇ ਜਥੇਦਾਰ ਤੋਂ ਖਾਲਿਸਤਾਨ ਦੇ ਹੱਕ ਦੇ ਵਿੱਚ ਜਿਹੜੇ ਆ ਬਿਆਨ ਦਵਾਏ ਆ, ਜਾਂ ਇਹ ਸਾਰਾ ਕੁਝ ਦਿੱਲੀ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਨੇ, ਬੀਜੇਪੀ ਨੂੰ ਥ੍ਰੈਟ ਕਰਨ ਦੀਆਂ ਕੋਸ਼ਿਸ਼ਾਂ ਨੇ, ਜਿਹੜਾ ਇਹਨਾਂ ਨੂੰ ਲੱਗਦਾ ਕਿ ਬੀਜੇਪੀ ਸਾਨੂੰ ਜਿਹੜਾ ਉਹ ਉੱਥੇ ਸਾਡੇ ਪੈਰ ਲੱਗਣ ਨਹੀਂ ਦੇ ਰਹੀ। ਤੇ ਸਰ, ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਨਵੰਬਰ ਦੇ ਵਿੱਚ ਜਦੋਂ ਨਵੇਂ ਪ੍ਰਧਾਨ ਦੀ ਚੋਣ ਹੋਣੀ ਆ, ਹਰ ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਨਵੰਬਰ ਮਹੀਨੇ ਦੇ ਵਿੱਚ, ਫਿਰ ਵੀ ਹੋਣੀ ਹੈ, ਪਹਿਲਾਂ ਕੋਈ ਧੜਾ ਹੈ ਨਹੀਂ ਸੀ, ਜਿਵੇਂ ਤੁਸੀਂ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਾਹਮਣੇ ਕੋਈ ਨਹੀਂ ਸੀ, ਹਰੇਕ ਵਾਰ ਇਹ ਕਿਹਾ ਜਾਂਦਾ ਸੀ ਕਿ ਬਾਦਲਾਂ ਦੇ ਝੋਲੇ ਦੇ ਵਿੱਚੋਂ ਨਿਕਲਿਆ ਹੋਇਆ ਪ੍ਰਧਾਨ ਹੈ। ਹੁਣ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਤੇ ਅਸੀਂ ਮਤਲਬ ਆਪਣੇ ਜਿਹੜੇ ਆ ਨੁਮਾਇੰਦੇ ਖੜੇ ਕਰਾਂਗੇ। ਨਵੰਬਰ ਦੇ ਵਿੱਚ ਵੀ ਇਹ ਜਦੋਜਹਿਦ ਹੋ ਸਕਦੀ ਹੈ ਦੋਹਾਂ ਧਿਰਾਂ ਦੇ ਵੱਲੋਂ, ਢੀਂਡਸਾ ਵੱਲੋਂ। ਹਾਂਜੀ, ਨਵੰਬਰ ਦੇ ਵਿੱਚ ਇੰਨਾ ਕੀ ਹੋ ਜਾਏਗਾ ਕਿ ਇੱਕ ਕੈਂਡੀਡੇਟ ਦੇ ਸਕਦੇ ਆ ਉਹਨਾਂ ਦੇ ਖਿਲਾਫ, ਕਿਉਂਕਿ ਪਹਿਲਾਂ ਤਾਂ ਕੈਂਡੀਡੇਟ ਹੀ ਨਹੀਂ ਸੀ ਆਉਂਦਾ, ਹੁਣ ਕੈਂਡੀਡੇਟ ਆਏਗਾ। ਲੇਕਿਨ ਦੇਖੋ, ਸ਼੍ਰੋਮਣੀ ਕਮੇਟੀ ਦੇ ਉਹ ਮੈਂਬਰ ਨੇ, ਬਹੁਤੇ ਮੈਂਬਰ ਹੈ ਜਿਹੜੇ ਸ਼੍ਰੋਮਣੀ ਕਮੇਟੀ ਦੇ, ਜਿਹੜੇ ਬੇਅਦਬੀ ਵੇਲੇ ਵੀ ਬਾਦਲ ਸਾਹਿਬ ਦੇ ਨਾਲ ਰਹੇ ਆ, ਤੇ ਉਹ ਹੁਣ ਜੇ ਅਸੀਂ ਕਹੀਏ ਕਿ ਨਵੰਬਰ ਤੱਕ ਕੋਈ ਵੱਡੀ ਤਬਦੀਲੀ ਆ, ਹਾਂ ਇੱਕ ਉਹਨਾਂ ਵਿੱਚੋਂ ਵੱਡੀ ਕਾਫੀ ਗਿਣਤੀ ਜਿਹੜੀ ਆ ਢੀਂਡਸਾ ਸਾਹਿਬ ਦੇ ਨਾਲ ਜਾਏਗੀ, ਪਰ ਉਹ ਐਡੀ ਵੱਡੀ ਗਿਣਤੀ ਨਹੀਂ ਹੈਗੀ ਕਿ ਬਾਦਲ ਦੇ ਕੈਂਡੀਡੇਟ ਨੂੰ ਉੱਥੇ ਹਰਾ ਦੇ, ਪ੍ਰਧਾਨ ਜਿਤਾਉਣ ਦੇ। ਹਾਂ, ਪਹਿਲਾਂ ਜਿਹੜੀ ਉਹ ਮੰਨ ਲਓ ਉੱਥੇ 20-30 ਬੰਦੇ ਹੈਗੇ ਆ ਉਲਟ ਸੋਚਣ ਵਾਲੇ, ਤਾਂ ਢੀਂਡਸਾ ਸਾਹਿਬ ਦੇ ਨਾਲ ਉਹਨਾਂ ਦੀ ਗਿਣਤੀ ਆ ਜੀ 50 ਤੱਕ ਪਹੁੰਚੇਗੀ। ਜੇ ਉੱਥੇ ਮਤਲਬ 50-55 ਬੰਦੇ ਵੀ ਥ੍ਰੈਟ ਕਰਦੇ ਹੈਗੇ ਆ ਬਾਦਲ ਨੂੰ ਉਸ ਤਰ੍ਹਾਂ ਟੈਕਨੀਕਲੀ ਕੋਈ ਖਤਰਾ ਨਹੀਂ ਹੈਗਾ ਸਾਥ ਦੇ ਵਿੱਚੋਂ। ਤੁਸੀਂ ਸਿਆਸੀ ਮਾਹਰ ਹੋ, ਤਾਂ ਤੁਹਾਡੇ ਤੋਂ ਮੈਂ ਇੱਕ ਬੜਾ ਇੰਪੋਰਟੈਂਟ ਸਵਾਲ ਲੈਣਾ ਚਾਹੂੰਗਾ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਹੋਂਦ ਵਿੱਚ ਆਈ ਸੀ, ਗਠਨ ਹੋਇਆ ਸੀ, ਸੋਚਿਆ ਜਾਂਦਾ ਸੀ ਕਿ ਇਹ ਵੀ ਬਾਦਲ ਪਰਿਵਾਰ ਦੇ ਇੱਕ ਸਾਹਮਣੇ ਧਿਰ ਖੜੀ ਹੋ ਗਈ, ਟੱਕਰ ਦੇਣਗੇ, ਪਰ 2 ਸਾਲ ਵੀ ਪੂਰੇ ਨਹੀਂ ਹੋਏ, ਉਹਨਾਂ ਦੀ ਜਿਹੜੀ ਪਾਰਟੀ ਆ ਕਿਤੇ ਨਾ ਕਿਤੇ ਤਿੱਤਰ ਬਿੱਤਰ ਹੋ ਚੱਲੀ ਹੈ ਲਗਭਗ। ਹੁਣ ਜੇ ਸੁਖਦੇਵ ਸਿੰਘ ਢੀਂਡਸਾ ਹੋ ਰਹੀਆਂ ਆ, ਤਾਂ ਮੰਨਿਆ ਹੁਣ ਵੀ ਜਾਂਦਾ ਕਿ ਬਾਦਲ ਦੇ ਸਾਹਮਣੇ ਇੱਕ ਹੋਰ ਧਿਰ ਆ, ਕੀ ਉਸ ਤਰੀਕੇ ਨਾਲ ਸਟਰੋਂਗ ਧਿਰ ਮੰਨਦੇ ਹੋ ਸੁਖਦੇਵ ਸਿੰਘ ਢੀਂਡਸਾ? ਨਹੀਂ, ਇੱਕ ਤਾਂ ਸਾਨੂੰ ਦੇਖਣਾ ਪਏਗਾ ਕਿ ਅਕਾਲੀ ਦਲ ਨੂੰ ਥ੍ਰੈਟ ਜਾਣਾ ਆ 65 ਸੀਟਾਂ ਇਕੱਲੀਆਂ ਮਾਲਵੇ ਦੀਆਂ, ਤੇ ਉਹ ਸਿੱਖ ਬਹੁ ਗਿਣਤੀ ਸੀਟਾਂ ਨੇ, ਤੇ ਉੱਥੇ ਜਿਹੜਾ ਬ੍ਰਹਮਪੁਰੇ ਦਾ ਥ੍ਰੈਟ ਸੀਗਾ ਉਹ ਮਾਝੇ ਦਾ ਸੀ, ਸੇਖਵਾਂ ਵੀ ਮਾਝੇ ਦੇ ਵਿੱਚ ਸੀ। ਮਾਝੇ ਦੇ ਵਿੱਚ ਸਿੱਖਾਂ ਦੀ ਸੀਟਾਂ ਦੀ ਗਿਣਤੀ ਪਹਿਲਾਂ ਵੀ ਬਹੁਤ ਜ਼ਿਆਦਾ ਨਹੀਂ ਹੈ, ਸਿੱਖ ਵੋਟਰ ਉੱਥੇ ਘੱਟ ਗਿਣਤੀ 'ਚ ਹੈ। ਤੋ ਇਹ ਥ੍ਰੈਟ ਉਸ ਤਰ੍ਹਾਂ ਦਾ ਥ੍ਰੈਟ ਨਹੀਂ। ਦੂਜਾ ਉਹਦੀ ਜਿਹੜੀ ਆ ਬ੍ਰਹਮਪੁਰਾ ਸਾਹਿਬ ਦੀ ਸਿਹਤ ਵੀ ਬਹੁਤੀ ਠੀਕ ਨਹੀਂ, ਬਜ਼ੁਰਗ ਹੋ ਗਿਆ ਬਹੁਤ ਜ਼ਿਆਦਾ, ਤੇ ਉਹ ਵਰਕ ਨਹੀਂ ਸੀ ਕਰ ਸਕਦੇ। ਉਸ ਦੇ ਮੁਕਾਬਲੇ ਢੀਂਡਸਾ ਸਾਹਿਬ ਜਿਹੜੇ ਆ ਉਹ ਜ਼ਿਆਦਾ ਵਰਕ ਕਰ ਸਕਦੇ ਆ। ਉਹਨਾਂ ਦਾ ਲੋਕ ਆਧਾਰ ਬ੍ਰਹਮਪੁਰਾ ਨਾਲੋਂ ਵੱਧ ਹੈਗਾ ਆ ਲੋਕਾਂ ਦੇ ਵਿੱਚ, ਥ੍ਰੈਟ ਉਹਦੇ ਨਾਲੋਂ ਵੱਡਾ ਆ। ਉਹ ਕਾਮਯਾਬ ਹੋ ਪਾਉਂਦੇ ਤੇ ਸਮਾਂ ਦੱਸੇਗਾ, ਪਰ ਪਹਿਲਾਂ ਨਾਲੋਂ ਥ੍ਰੈਟ ਵੱਡਾ ਆ, ਤੇ ਅਕਾਲੀ ਦਲ ਵੀ ਜੋ ਪਹਿਲਾਂ ਸੀਗਾ ਉਹਦੇ ਨਾਲੋਂ ਹੋਰ ਵੀਕ ਹੋਇਆ। ਕਿਤੇ ਮੁਕਾਬਲਾ ਜ਼ਰੂਰ ਹੈ, ਮੁਕਾਬਲਾ ਤੇ ਹੈਗਾ ਆ ਜੀ ਸਿਆਸਤ ਦੇ ਵਿੱਚ, ਪਰ ਹਾਲੇ ਇਹ ਕਿਉਂਕਿ ਜਿਸ ਤਰ੍ਹਾਂ ਦੀ ਫਾਈਨੈਂਸ਼ੀਅਲ ਪਾਵਰ ਪਿੱਛੋਂ ਚਾਹੀਦੀ ਹੈ, ਬਾਦਲ ਜਿੰਨਾ ਸਟਰੋਂਗ ਹੈਗਾ ਆ, ਢੀਂਡਸਾ ਉਹਦੇ ਮੁਕਾਬਲੇ ਕਿੰਨੀ ਕੁ ਆਪਣੇ ਜਟਾ ਪਾਉਂਦਾ ਸਾਧਨ, ਕਿਉਂਕਿ ਇਹਨਾਂ ਦੇ ਵੀ ਜਿਹੜੇ ਰਿਸ਼ਤੇਦਾਰ ਹੈ ਉਹ ਮਤਲਬ ਬੰਬੇ ਦੇ ਵਿੱਚ ਕਾਫੀ ਸਰਗਰਮ ਨੇ, ਉਹਨਾਂ ਦੇ ਕੋਲ ਵੱਡਾ ਬਿਜ਼ਨਸ ਹੈ ਉਹਨਾਂ ਦੇ ਕੋਲ ਵੀ, ਤੇ ਉਹ ਵੀ ਇਹ ਸਮਝਿਆ ਜਾਂਦਾ ਕਿ ਢੀਂਡਸੇ ਦੇ ਪੈਸੇ ਪਿੱਛੇ ਉਹੀ ਲਾਉਂਦੇ ਆ, ਔਰ ਉਹੀ ਸ਼ਿਵ ਸੈਨਾ ਦੇ ਜਾਂ ਉਹ ਉੱਥੇ ਕਾਫੀ ਜਿਹੜੇ ਆ ਪਰਿਵਾਰ ਨੇੜੇ ਰਹਿੰਦੇ ਆ ਪਰਿਵਾਰ ਉਹ, ਤੇ ਉਹ ਹੁਣ ਸ਼ਿਵ ਸੈਨਾ ਕਿੰਨੀ ਕੁ ਸਟਰੋਂਗ ਇਹਨਾਂ ਦੀ ਮਦਦ ਕਰਦੀ ਹੈ ਆਉਣ ਵਾਲਾ ਸਮਾਂ ਦੱਸੇਗਾ। ਸਰ, ਇੱਕ ਆਖਰੀ ਸਵਾਲ ਹੈ ਕਿ ਬ੍ਰਹਮਪੁਰਾ ਸਾਹਿਬ ਦਾ ਹਾਲ ਹੀ ਵਿੱਚ ਇੱਕ ਬਿਆਨ ਆ ਗਿਆ, ਉਹ ਕਹਿੰਦੇ ਜੀ ਅਸਲ ਸ਼੍ਰੋਮਣੀ ਅਕਾਲੀ ਉਹੀ ਹੈ ਜਿਹਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ, ਯਾਨੀ ਕਿਤੇ ਨਾ ਕਿਤੇ ਇਸ਼ਾਰਾ ਹੋ ਗਿਆ ਕਿ ਬ੍ਰਹਮਪੁਰਾ ਸਾਹਿਬ ਦੁਬਾਰਾ ਫਿਰ ਆਪਣੇ ਘਰ ਵਾਪਸ ਜਾਣ ਦੀ ਤਿਆਰੀ ਦੇ ਵਿੱਚ ਆ। ਕਿਵੇਂ ਦੇ ਵੇਖੋ ਜੀ, ਜਿੱਥੋਂ ਤੱਕ ਤਾਂ ਅਸਲੀ ਅਕਾਲੀ ਦਲ ਦਾ ਹੈ, ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਫੈਸਲਾ ਹੋ ਚੁੱਕਾ ਹੈ 2 ਸੰਵਿਧਾਨਾਂ ਨੂੰ ਲੈ ਕੇ। ਆਨੰਦ ਸਿੰਘ ਜਿਹੜਾ ਬਲਵੰਤ ਸਿੰਘ ਖੇੜੇ ਦੇ ਕੇਸ ਵਰਸਸ ਕੇਸ ਹੈ ਜਿਹੜਾ, ਉਹਦੇ ਵਿੱਚ ਫੈਸਲਾ ਹੋ ਚੁੱਕਿਆ ਆ। ਅਕਾਲੀ ਦਲ ਦੇ ਕੋਲ ਤਾਂ ਇਹ ਵੀ ਇੱਕ ਟੈਕਨੀਕਲੀ ਹੋ ਸਕਦਾ ਜਿਹੜਾ ਉਹਦਾ ਚੋਣ ਨਿਸ਼ਾਨ ਹੈ
ਉਹ ਵੀ ਰੱਦ ਹੋ ਸਕਦਾ ਹੈ, ਕਿਉਂਕਿ ਉਹਨੇ 2 ਵਿਧਾਨ ਦਿੱਤੇ ਆ, ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਨੂੰ ਵੇਲੇ ਕਮਿਸ਼ਨ ਨੂੰ ਹੋਰ ਦਿੱਤਾ ਆ, ਚੋਣ ਕਮਿਸ਼ਨ ਨੂੰ ਹੋਰ ਦਿੱਤਾ ਆ। ਉਹਦੇ ਕਾਫੀ ਜਿਹੜਾ ਉਹ ਤਾਂ ਸਰਕਾਰੀ ਸਰਪ੍ਰਸਤੀ ਨਾਲ ਚੱਲ ਰਿਹਾ ਹੈ। ਜਿੱਥੋਂ ਤੱਕ ਗੱਲ ਬ੍ਰਹਮਪੁਰਾ ਸਾਹਿਬ ਦੀ ਹੈ, ਮੈਨੂੰ ਲੱਗਦਾ ਉਹਨਾਂ ਦੀ ਨਿੱਜੀ ਜਿਹੜੀ ਈਗੋ ਆ ਉਹਦੇ ਵਿੱਚੋਂ ਹੀ ਫੈਸਲਾ ਲੈ ਰਹੇ ਆ। ਫਿਰ ਉਹ ਜਿਹੜੇ ਬ੍ਰਹਮਪੁਰਾ ਨੇ 2 ਸਾਲ ਪਹਿਲਾਂ ਬਿਆਨ ਦਿੱਤੇ, ਉਹਨਾਂ ਦਾ ਕੀ ਬਣੂਗਾ? ਬੇਅਦਬੀ ਦਾ ਹਾਲੇ ਤਾਂ ਕੋਈ ਫੈਸਲਾ ਨਹੀਂ ਹੋਇਆ। ਲੋਕ ਪੁੱਛਣਗੇ ਕਿ ਉਸ ਜਿਹੜੀ ਸੈਟਿੰਗ ਪਰਿਵਾਰ ਦੀ ਆਪਣੇ ਲੜਕੇ ਨੂੰ ਦੁਬਾਰਾ ਅਕਾਲੀ ਦਲ 'ਚ ਸੈੱਟ ਕਰਾ ਕੇ ਵਾਪਸ ਚਲੇ ਜਾਂਦੇ ਆ, ਅਤੇ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਲੋਕਾਂ ਦੇ ਵਿੱਚ ਵੱਡੇ ਪੱਧਰ 'ਤੇ, ਹਾਂ ਪਰਿਵਾਰ ਨੂੰ ਫਾਇਦਾ ਹੋ ਸਕਦਾ, ਉਹਨਾਂ ਦਾ ਬੰਦਾ ਉੱਥੇ ਜਿੱਤ ਜੇ, ਉਹਦਾ ਮੁੰਡਾ ਦੁਬਾਰਾ ਕੈਂਡੀਡੇਟ ਬਣ ਕੇ ਸੀਟ ਕੱਢ ਜੇ ਉੱਥੋਂ, ਅਤੇ ਉਹ ਛੋਟੀ ਜਿਹੀ ਪ੍ਰਾਪਤੀ ਹੈ। ਅਤੇ ਜਿਹੜੀ ਲੋਕ ਲੀਡਰ ਹੈ, ਪਹਿਲਾਂ ਵੀ ਬ੍ਰਹਮਪੁਰਾ ਦਾ ਕੱਦ ਹੈ ਜਿਹੜਾ ਉਹ ਕਾਫੀ ਘੱਟ ਚੁੱਕਿਆ ਆ ਪਹਿਲਾਂ ਦੇ ਮੁਕਾਬਲੇ। ਜੇ 85 ਦੇ ਮੁਕਾਬਲੇ ਦੇਖੀਏ ਤਾਂ ਹੁਣ ਉਹ ਜਿਹੜਾ ਉੱਥੇ ਕੋਈ ਪਾਵਰ ਸੈਂਟਰ ਨਹੀਂ ਹੈਗਾ, ਉੱਥੇ ਪਾਵਰ ਸੈਂਟਰ ਮਜੀਠੀਆ ਬਣ ਚੁੱਕਿਆ ਹੈ ਮਾਝੇ ਦੇ ਵਿੱਚ। ਅਤੇ ਮਾਝੇ ਦੇ ਜਰਨੈਲ ਜਿਹੜਾ ਕਿਹਾ ਜਾਂਦਾ ਸੀ ਉਹ ਨਹੀਂ, ਇੱਕ ਤਾਂ ਉਹਨਾਂ ਦੀ ਹੁਣ ਕੱਲ੍ਹ ਪਰਸੋਂ ਵੀ PGI ਤੋਂ ਦਾਖਲ ਨੇ ਉਹ, ਅਤੇ ਉਹਨਾਂ ਦੀ ਸਿਹਤ ਜਾਂ ਬਹੁਤ ਚੰਗੀ ਨਹੀਂ ਹੈਗੀ। ਤਾਂ ਇਸ ਕਰਕੇ ਉਹ ਕਹਿ ਰਹੇ ਨੇ, ਉਹਨਾਂ ਦੇ ਬਿਹਾਫ 'ਤੇ ਹੋਰ ਕੋਈ ਕਹਿ ਰਿਹਾ ਹੈ, ਬਿਆਨ ਦੇ ਰਿਹਾ, ਇਹ ਹਾਲੇ ਟਾਈਮ ਦੱਸੇਗਾ। ਪਰ ਉਹਦੇ ਨਾਲੋਂ ਜਿਹੜਾ ਟਕਸਾਲੀ ਦੇ ਨਾਲ ਜਿਹੜੇ ਬੰਦੇ ਜੁੜੇ ਸੀ ਉਹ ਹੌਲੀ ਹੌਲੀ ਕਰਕੇ ਸਾਰੇ ਢੀਂਡਸਾ ਸਾਹਿਬ ਦੇ ਨਾਲ ਆ ਜਾਣਗੇ। ਸਿਆਸੀ ਲੀਡਰ ਵੀ ਵੱਡੇ ਪੱਧਰ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਬਣਾਉਣ ਤੇ ਮੁਬਾਰਕਬਾਦ ਦੇ ਰਹੇ ਨੇ। ਅਸੀਂ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਜੇਕਰ ਢੀਂਡਸਾ ਪੰਥ ਦੀ ਅਗਵਾਈ ਕਰਦੇ ਨੇ ਤਾਂ ਸ਼੍ਰੋਮਣੀ ਕਮੇਟੀ ਨੂੰ ਇੱਕ ਰਾਜਨੀਤਿਕ ਪਰਿਵਾਰ ਦੇ ਹੱਥਾਂ 'ਚੋਂ ਮੁਕਤ ਕਰਵਾਇਆ ਜਾ ਸਕਦਾ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਮੇਰੀਆਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਉਹਨਾਂ ਨੇ ਨਵਾਂ ਅਕਾਲੀ ਦਲ ਗਠਨ ਕੀਤਾ ਗਾ। ਰਹੀ ਗੱਲ ਅਕਾਲੀ ਦਲ ਦੀ, ਅਕਾਲੀ ਦਲ ਇਸ ਸਮੇਂ ਟੁਕੜੇ ਹੋਇਆ ਪਿਆ ਗਾ, ਕਈ ਟੁਕੜਿਆਂ 'ਚ ਵੰਡਿਆ ਹੋਇਆ ਗਾ। ਹਜੇ ਤੱਕ ਇਹ ਨਹੀਂ ਪਤਾ ਲੱਗਦਾ ਵੀ ਉਹ ਕਿੰਨੇ ਅਕਾਲੀ ਦਲ ਪੰਜਾਬ 'ਚ ਬਣ ਗਏ ਨੇ। ਇਹ ਤਾਂ ਹੋ ਰਿਹਾ ਕਿਉਂਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ। 2015 ਦੇ ਵਿੱਚ ਇਹਨਾਂ ਲੋਕਾਂ ਦੀ ਸਰਕਾਰ ਸੀ, ਇਹਨਾਂ ਨੇ ਬਿਲਕੁਲ ਕੋਈ ਦੋਸ਼ੀ ਨਹੀਂ ਫੜਿਆ, ਕੋਈ ਜਾਂਚ ਨਹੀਂ ਕੀਤੀ। ਸੋ ਇਸ ਗੱਲ ਕਰਕੇ ਇਹਨਾਂ ਦੇ ਟੁਕੜੇ ਹੋਣਾ ਸੁਭਾਵਿਕ ਆ। ਜਦੋਂ ਇਹ ਲੋਕ ਗੁਰੂ ਦਾ ਮੱਥਾ ਲਾਉਂਦੇ ਨੇਗੇ, ਜਦੋਂ ਇਹ ਸਾਡੇ ਗੁਰੂ ਨੂੰ ਚੈਲੰਜ ਕਰਦੇ ਨੇ, ਉਸ ਮੈਂ ਸਮਝਦਾ ਜਿਹੜਾ ਵੀ ਕੋਈ ਬੰਦਾ ਗੁਰੂ ਨੂੰ ਚੈਲੰਜ ਕਰਦਾ ਉਹਦੇ ਕਦੇ ਕੱਖ ਨਹੀਂ ਰਹਿੰਦਾ ਹੈਗਾ। ਸੋ ਇਹਨਾਂ ਦਾ ਟੁਕੜੇ ਹੋਣਾ ਬਿਲਕੁਲ ਕੁਦਰਤੀ ਆ, ਸੁਭਾਵਿਕ ਹੈਗਾ। ਔਰ ਰਹੀ ਗੱਲ ਜਿਹੜੀ ਆ, ਜਦੋਂ ਮਾਫੀਆ ਰਾਜ ਪੰਜਾਬ ਚੱਲ ਰਿਹਾ ਸੀਗਾ, ਜਦੋਂ ਪੰਜਾਬ ਲੁੱਟਿਆ ਜਾ ਰਿਹਾ ਸੀਗਾ, ਚਾਹੇ ਉਹ ਪੰਜਾਬ 'ਚ ਰੇਤ ਮਾਫੀਆ ਦੀ ਗੱਲ ਸੀ, ਚਾਹੇ ਉਹ ਲੈਂਡ ਮਾਫੀਆ ਦੀ ਗੱਲ ਸੀ, ਚਾਹੇ ਉਹ ਡਰੱਗ ਮਾਫੀਆ ਦੀ ਗੱਲ ਸੀ, ਚਾਹੇ ਉਹ ਕਿਸਾਨ ਜਦੋਂ ਆਤਮ ਹੱਤਿਆ ਮੈਂ ਕਰ ਰਿਹਾ ਸੀਗਾ, ਉਦੋਂ ਸਾਰਿਆਂ ਦੇ ਵਿੱਚ ਸਾਰੇ ਲੋਕ ਭਾਈਵਾਲ ਸੀਗੇ। ਸੋ ਅੱਜ ਪਤਾ ਨਹੀਂ ਕਿਹੜੇ ਮੂੰਹ ਨਾਲ ਜਿਹੜਾ ਹੈਗਾ ਉਸ ਜਿਹੜੀ ਆ ਉਸ ਲਾਹਣਤਾਂ ਤੋਂ ਬਚਦੇ ਹੋਏ ਆਪਣੇ ਆਪ ਨੂੰ ਅਲੱਗ ਕਰ ਰਹੇ ਨੇਗੇ। ਸੋ ਸਾਰੇ ਉਸ ਸਮੇਂ ਹਿੱਸੇਦਾਰ ਸੀਗੇ। ਪਰ ਲੇਕਿਨ ਇਹ ਜਿਹੜਾ ਵਰਤਾਰਾ ਹੋ ਰਿਹਾ ਅਕਾਲੀ ਦਲ ਦਾ, ਇਹ ਹੋਣਾ ਸੁਭਾਵਿਕ ਆ। ਸੋ ਇਹਦੇ 'ਚ ਕੋਈ ਮੈਂ ਸਮਝਦਾ ਅਤਕਥਨੀ ਨਹੀਂ ਹੈਗੀ ਕਿ ਜਿਹੜੀ 1920 'ਚ ਬਣੀ ਹੋਈ ਪਾਰਟੀ ਆ ਉਹ 2020 ਦੇ ਵਿੱਚ ਉਹਦਾ ਭੋਗ ਪੈ ਰਿਹਾ ਹੈਗਾ। ਦੇਖੋ, ਅੱਛੀ ਮੂਵਮੈਂਟ ਆ। ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਆਜ਼ਾਦ ਕਰਾਉਣਾ ਇਸ ਸਮੇਂ ਦੀ ਜਿਹੜੀ ਸਮੇਂ ਦੀ ਮੰਗ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹਦਾ ਉਹਦੇ 'ਚ ਰੋਲ ਜਿਹੜਾ ਨਿਭਾਇਆ ਅਕਾਲੀ ਦਲ ਦਾ ਰੋਲ ਆਉਂਦਾ ਹੈਗਾ। ਸੋ ਜੇਕਰ ਢੀਂਡਸਾ ਸਾਹਿਬ ਇਸ ਤਰ੍ਹਾਂ ਦਾ ਐਫਰਟ ਕਰਦੇ ਨੇ, ਅੱਛੀ ਗੱਲ ਹੈ, ਹੋਣਾ ਚਾਹੀਦਾ। ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈਗਾ ਉਹ ਸਾਡੀ ਜਿਹੜੀ ਸ਼੍ਰੋਮਣੀ ਸੰਸਥਾ ਕੀ ਹੈ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨੂੰ ਤਬਾਹ ਕਰਨ ਤੇ ਤੁਲੇ ਹੋਏ ਨੇ। ਕਿ ਮੈਂ ਸਮਝਦਾ ਸਮੇਂ ਦੀ ਲੋੜ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣਾ ਚਾਹੀਦਾ। ਉਹਦੇ ਵਿੱਚ ਜਿਹੜੀਆਂ ਮਾੜੇ ਤੰਥ ਜਾਂ ਮਾੜੇ ਅੰਸਰ ਜਿਹੜੇ ਪ੍ਰਵੇਸ਼ ਕਰਦੇ ਨੇ ਉਹਨਾਂ ਨੂੰ ਬਾਹਰ ਕੱਢਣ ਦਾ ਸਮਾਂ ਗਾ। ਸੋ ਇੱਕ ਚੰਗੀ ਮੂਵਮੈਂਟ ਹੈ, ਮੈਂ ਤਾਂ ਸਵਾਗਤ ਕਰਦਾ। ਇਹ ਸੀ ਸਾਡਾ ਅੱਜ ਦਾ ਖਾਸ ਵਿਸ਼ਾ। ਅਜਿਹੇ ਵਿਸ਼ੇ ਹਮੇਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।